ਅੱਜ ਡੇਰਿਆਂ ਦੇ ਪਰਬ ਦਾ ਆਖਰੀ ਦਿਨ ਹੈ ਜਦੋਂ ਪਰਮੇਸ਼ਵਰ ਨੇ ਪਿਛਲੀ ਬਰਸਾਤ ਦੇ ਪਵਿੱਤਰ ਆਤਮਾ ਦਾ ਵਾਅਦਾ ਕੀਤਾ ਸੀ। ਹਰ ਸਾਲ ਜਦੋਂ ਅਸੀਂ ਇਸ ਪਰਬ ਨੂੰ ਮਨਾਉਂਦੇ ਹਾਂ ਤਾਂ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਸੋਚਦੇ ਹਨ, ਸਾਨੂੰ ਪਵਿੱਤਰ ਆਤਮਾ ਨਾਲ ਕੀ ਕਰਨਾ ਚਾਹੀਦਾ ਹੈ। ਆਓ ਅਸੀਂ ਮੱਤੀ ਅਧਿਆਏ 25 ਖੋਲੀਏ ਤੇ ਪਤਾ ਕਰੀਏ ਕਿ ਪਵਿੱਤਰ ਆਤਮਾ ਪ੍ਰਾਪਤ ਕਰਨ ਤੋਂ ਬਾਅਦ ਪਹਿਲੇ ਚਰਚ ਦੇ ਸੰਤਾਂ ਨੇ ਕੀ ਕੀਤਾ ਅਤੇ ਅੱਜ ਜਦੋਂ ਅਸੀਂ ਪਵਿੱਤਰ ਆਤਮਾ ਪ੍ਰਾਪਤ ਕਰਦੇ ਹਾਂ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ। ਆਓ ਅਸੀਂ ਮੱਤੀ ਅਧਿਆਏ 25 ਵਚਨ 14 ਦੇਖੀਏ। ਅਧਿਆਏ 25 ਵਚਨ 14 ਵਿੱਚ ਯਿਸੂ ਨੇ ਕਿਹਾ, ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ ਜਿਨੇ ਪਰਦੇਸ ਨੂੰ ਜਾਣ ਲੱਗਿਆ ਆਪਣੇ ਚਾਕਰਾਂ ਨੂੰ ਸੱਦ ਕੇ ਆਪਣਾ ਮਾਲ ਉਹਨਾਂ ਨੂੰ ਸੌਂਪਿਆ ਅਤੇ ਇੱਕ ਨੂੰ 5 ਤੋੜੇ, ਦੂਏ ਨੂੰ 2 ਅਤੇ ਤੀਏ ਨੂੰ 1, ਹਰੇਕ ਨੂੰ ਉਹਦੇ ਗੁਣ ਦੇ ਅਨੁਸਾਰ ਦਿੱਤਾ ਤਾਂ ਪਰਦੇਸ ਨੂੰ ਚੱਲਿਆ ਗਿਆ। ਜਿਹਨੇ 5 ਤੋੜੇ ਲਏ ਸਨ ਉਹਨੇ ਝੱਟ ਜਾ ਕੇ ਉਹਨਾਂ ਨਾਲ ਵਣਜ ਵਪਾਰ ਕੀਤਾ ਅਤੇ ਹੋਰ 5 ਤੋੜੇ ਕਮਾਏ। ਇਸੇ ਤਰ੍ਹਾਂ ਜਿਹਨੇ 2 ਲਏ ਸਨ ਉਹਨੇ ਵੀ ਹੋਰ 2 ਖੱਟ ਲਏ। ਪਰ ਜਿਹਨੇ ਇੱਕੋ ਲਿਆ ਸੀ ਉਹਨੇ ਜਾ ਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਰੁਪਿਆਂ ਨੂੰ ਲੁਕਾ ਦਿੱਤਾ। ਬਹੁਤ ਚਿਰ ਪਿੱਛੋਂ ਉਹਨਾਂ ਚਾਕਰਾਂ ਦਾ ਮਾਲਕ ਆਇਆ ਅਤੇ ਉਹਨਾਂ ਤੋਂ ਲੇਖਾ ਲੈਣ ਲੱਗਾ। ਸੋ ਜਿਹਨੇ 5 ਤੋੜੇ ਲਏ ਸਨ ਉਹਨੇ ਕੋਲ ਆਣ ਕੇ ਹੋਰ 5 ਤੋੜੇ ਉਹਦੇ ਅੱਗੇ ਰੱਖ ਅਤੇ ਕਿਹਾ, ਸਵਾਮੀ ਜੀ ਤੁਸਾਂ ਮੈਨੂੰ 5 ਤੋੜੇ ਸੌਂਪੇ ਸਨ, ਵੇਖੋ ਮੈਂ 5 ਤੋੜੇ ਹੋਰ ਵੀ ਖੱਟੇ। ਉਹਦੇ ਮਾਲਕ ਨੇ ਉਸਨੂੰ ਕਿਹਾ, ਹੇ ਚੰਗੇ ਅਤੇ ਮਾਤਬਰ ਚਾਕਰ, ਸ਼ਾਬਾਸ਼ੇ, ਤੂੰ ਥੋੜੇ ਜਿਹੇ ਵਿੱਚ ਮਾਤਬਰ ਨਿਕਲਿਆ, ਮੈਂ ਤੈਨੂੰ ਬਹੁਤ ਸਾਰੇ ਉੱਤੇ ਇਖਤਿਆਰ ਦਿਆਂਗਾ, ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ। ਅਤੇ ਜਿਹਨੇ 2 ਤੋੜੇ ਲਏ ਸਨ ਉਹ ਵੀ ਕੋਲ ਆਣ ਕੇ ਬੋਲਿਆ, ਸਵਾਮੀ ਜੀ ਤੁਸਾਂ ਮੈਨੂੰ 2 ਤੋੜੇ ਸੌਂਪੇ ਸਨ, ਵੇਖੋ ਮੈਂ 2 ਤੋੜੇ ਹੋਰ ਵੀ ਖੱਟੇ। ਉਹਦੇ ਮਾਲਕ ਨੇ ਉਸਨੂੰ ਕਿਹਾ, ਹੇ ਚੰਗੇ ਅਤੇ ਮਾਤਬਰ ਚਾਕਰ, ਸ਼ਾਬਾਸ਼ੇ, ਤੂੰ ਥੋੜੇ ਜਿਹੇ ਵਿੱਚ ਮਾਤਬਰ ਨਿਕਲਿਆ, ਮੈਂ ਤੈਨੂੰ ਬਹੁਤ ਸਾਰੇ ਉੱਤੇ ਇਖਤਿਆਰ ਦਿਆਂਗਾ, ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ। ਫਿਰ ਜਿਹਨੇ 1 ਤੋੜਾ ਲਿਆ ਸੀ ਉਹ ਵੀ ਕੋਲ ਆਣ ਕੇ ਬੋਲਿਆ, ਸਵਾਮੀ ਜੀ ਮੈਂ ਤੁਹਾਨੂੰ ਜਾਣਿਆ ਜੋ ਤੁਸੀਂ ਕਰੜੇ ਆਦਮੀ ਹੋ ਕਿ ਜਿੱਥੇ ਤੁਸੀਂ ਨਹੀਂ ਬੀਜਿਆ ਉੱਥੋਂ ਵੱਢਦੇ ਹੋ ਔਰ ਜਿੱਥੇ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦੇ ਹੋ। ਸੋ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ, ਇਹ ਆਪਣਾ ਲੈ ਲਓ। ਉਸਦੇ ਮਾਲਕ ਨੇ ਉਸਨੂੰ ਉੱਤਰ ਦਿੱਤਾ, ਓਏ ਦੁਸ਼ਟ ਅਤੇ ਆਲਸੀ ਚਾਕਰ, ਕੀ ਤੈਂ ਜਾਣਿਆ ਭਈ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਵੱਢਦਾ ਹਾਂ ਔਰ ਜਿੱਥੇ ਮੈਂ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦਾ ਹਾਂ। ਇਸੇ ਲਈ ਤੈਨੂੰ ਚਾਹੀਦਾ ਸੀ ਜੋ ਮੇਰੇ ਰੁਪਏ ਸਰਾਫਾਂ ਨੂੰ ਦਿੰਦਾ ਤਾਂ ਮੈਂ ਆਣ ਕੇ ਆਪਣਾ ਮਾਲ ਵਿਆਜ ਸੁੱਧਾ ਲੈਂਦਾ। ਸੋ ਤੋੜਾ ਉਸ ਕੋਲੋਂ ਲੈ ਲਓ ਅਤੇ ਜਿਹਦੇ ਕੋਲ 10 ਤੋੜੇ ਹਨ ਉਹਨੂੰ ਦਿਓ, ਕਿਉਂਕਿ ਜਿਸ ਕਿਸੇ ਕੋਲ ਕੁਝ ਹੈ ਉਹਨੂੰ ਦਿੱਤਾ ਜਾਵੇਗਾ ਅਤੇ ਉਹਦਾ ਵਾਧਾ ਹੋਵੇਗਾ, ਪਰ ਜਿਹਦੇ ਕੋਲ ਨਹੀਂ ਉਸ ਕੋਲੋਂ ਜੋ ਉਹਦਾ ਹੈ ਸੋ ਵੀ ਫੇਰ ਲਿਆ ਜਾਵੇਗਾ। ਇਸ ਨਿਕੰਮੇ ਚਾਕਰ ਨੂੰ ਬਾਹਰ ਦੇ ਅੰਧਕੋਰ ਵਿੱਚ ਕੱਢ ਦਿਓ, ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ। ਮੱਤੀ ਅਧਿਆਏ 25 ਵਿੱਚ ਦਿੱਤਾ ਗਿਆ ਤੋੜਿਆਂ ਦਾ ਦ੍ਰਿਸ਼ਟਾਂਤ ਸਾਨੂੰ ਬਹੁਤ ਸਾਰੀਆਂ ਗੱਲਾਂ ਸਿਖਾਉਂਦਾ ਹੈ। ਪਰਮੇਸ਼ਵਰ ਨੇ ਸਾਨੂੰ ਖੁਸ਼ਖਬਰੀ ਦਾ ਮਿਸ਼ਨ ਯਾਨੀ ਤੋੜਿਆਂ ਨੂੰ ਸੌਂਪਿਆ ਤਾਂ ਜੋ ਅਸੀਂ ਇਸ ਨਾਲ ਕੰਮ ਕਰ ਸਕੀਏ। ਦੂਜੇ ਸ਼ਬਦਾਂ ਵਿੱਚ ਸਾਨੂੰ ਪ੍ਰਚਾਰ ਕਰਨਾ ਚਾਹੀਦਾ ਹੈ। ਜਦੋਂ ਮਾਲਕ ਵਾਪਸ ਆਇਆ ਤਾਂ ਉਸਨੇ ਚਾਕਰਾਂ ਦੇ ਕੰਮ ਦੇ ਨਤੀਜਿਆਂ ਦੀ ਜਾਂਚ ਕੀਤੀ। ਜਿਸ ਨੇ 5 ਤੋੜੇ ਪ੍ਰਾਪਤ ਕੀਤੇ ਸੀ ਉਹ 5 ਤੋੜੇ ਹੋਰ ਲਿਆਇਆ ਅਤੇ ਮਾਲਕ ਨੂੰ ਕੁੱਲ 10 ਤੋੜੇ ਵਾਪਸ ਕਰ ਦਿੱਤੇ। ਇਹ ਦੇਖ ਕੇ ਮਾਲਕ ਬੋਲਿਆ, ਸ਼ਾਬਾਸ਼। ਛੋਟੀਆਂ ਗੱਲਾਂ ਵਿੱਚ ਤੁਹਾਡੀ ਵਫਾਦਾਰੀ ਦੇਖ ਕੇ ਮੈਂ ਤੁਹਾਨੂੰ ਵੱਡੀਆਂ ਚੀਜ਼ਾਂ ਦਾ ਅਧਿਕਾਰੀ ਬਣਾਵਾਂਗਾ। ਜਿਸ ਨੇ 2 ਤੋੜੇ ਪ੍ਰਾਪਤ ਕੀਤੇ ਸੀ ਉਸਨੇ ਕਿਹਾ, ਪ੍ਰਭੂ ਮੈਂ 2 ਹੋਰ ਤੋੜੇ ਕਮਾਏ ਹਨ, ਭਾਵੇਂ ਕਿੰਨੀ ਵੀ ਰਾਸ਼ੀ ਕਿਉਂ ਨਾ ਹੋਵੇ। ਮਾਲਕ ਨੇ ਮਿਹਨਤ ਨੂੰ ਦੇਖ ਕੇ ਕਿਹਾ, ਤੂੰ ਵੀ ਥੋੜੇ ਵਿੱਚ ਵਫਾਦਾਰ ਰਿਹਾ, ਇਸ ਲਈ ਮੈਂ ਤੈਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਅਧਿਕਾਰੀ ਬਣਾਵਾਂਗਾ। ਹਾਲਾਂਕਿ ਜਿਸ ਨੂੰ 1 ਤੋੜਾ ਮਿਲਿਆ ਸੀ ਉਸਨੇ ਜ਼ਮੀਨ ਵਿੱਚ ਇੱਕ ਟੋਇਆ ਪੁੱਟਿਆ ਅਤੇ ਇਸ ਨੂੰ ਲੁਕਾ ਦਿੱਤਾ। ਸਾਨੂੰ ਪਰਮੇਸ਼ਵਰ ਤੋਂ ਕੀ ਮਿਲਿਆ ਹੈ? ਕੀ ਇਹ ਖੁਸ਼ਖਬਰੀ ਨਹੀਂ ਹੈ? ਕੀ ਹੋਵੇਗਾ ਜੇ ਅਸੀਂ ਖੁਸ਼ਖਬਰੀ ਨੂੰ ਲੁਕਾਇਆ ਹੈ? ਦੂਜੇ ਸ਼ਬਦਾਂ ਵਿੱਚ, ਜੇਕਰ ਅਸੀਂ ਕਦੇ ਕਿਸੇ ਨੂੰ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਕੀਤਾ ਹੈ ਤਾਂ ਕੀ ਹੋਵੇਗਾ? ਸਾਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਮਾਲਕ ਨੇ ਕੀ ਕਿਹਾ। ਪਰਮੇਸ਼ਵਰ ਨੇ ਇਸ ਨੂੰ ਦੁਸ਼ਟ ਕਿਹਾ।
ਜੇ ਸਾਨੂੰ ਕੋਈ ਕੀਮਤੀ ਚੀਜ਼ ਮਿਲਦੀ ਹੈ ਤਾਂ ਸਾਨੂੰ ਉਸ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ। 전해줘야 되는 의무가 있다는 것이죠. ਹਾਲਾਂਕਿ ਜਦੋਂ ਚਾਕਰ ਅਜਿਹਾ ਕਰਨ ਵਿੱਚ ਅਸਫਲ ਰਿਹਾ ਤਾਂ ਉਸ ਨੂੰ ਕਿਹਾ ਗਿਆ, ਤੈਨੂੰ ਇਹ ਤੋੜਾ ਸਰਾਫਾਂ ਕੋਲ ਰੱਖਣਾ ਚਾਹੀਦਾ ਸੀ। ਫਿਰ ਕੀ ਮੈਂ ਇਸ ਨੂੰ ਵਿਆਜ ਸਮੇਤ ਵਾਪਸ ਨਹੀਂ ਲੈਂਦਾ? ਤੂੰ ਇਸ ਨੂੰ ਜ਼ਮੀਨ ਵਿੱਚ ਕਿਉਂ ਦੱਬ ਦਿੱਤਾ? ਨਤੀਜੇ ਵਜੋਂ ਨੌਕਰ ਨੂੰ ਬਾਹਰ ਹਨੇਰੇ ਵਿੱਚ ਸੁੱਟ ਦਿੱਤਾ ਗਿਆ। ਇਸ ਲਈ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਯਿਸੂ ਨੇ ਮੱਤੀ ਅਧਿਆਏ 25 ਵਿੱਚ ਇਹ ਦ੍ਰਿਸ਼ਟਾਂਤ ਕਿਉਂ ਦਿੱਤਾ। ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਸਾਨੂੰ ਸਿਖਾਇਆ ਕਿ ਸਾਡਾ ਫਰਜ਼ ਹੈ ਕਿ ਅਸੀਂ ਪਿਤਾ ਤੋਂ ਜੋ ਕੁਝ ਪ੍ਰਾਪਤ ਕੀਤਾ ਹੈ ਉਸ ਨੂੰ ਦੂਜਿਆਂ ਤੱਕ ਪਹੁੰਚਾਈਏ। 들어보지 못한 사람들에게 전해주는 역할이 우리가 해야 될 역할이라고 그렇게 말씀을 주셨습니다। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਉਹਨਾਂ ਨੇ ਆਪਣੇ ਚੇਲਿਆਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਸੌਂਪਿਆ। ਉਹਨਾਂ ਨੇ ਕਿਹਾ, ਸਾਮਰੀਆ ਤੇ ਧਰਤੀ ਦੇ ਬੰਨੇ ਤੀਕ ਮੇਰੇ ਗਵਾਹ ਬਣੋ। ਇਸ ਲਈ ਤੁਸਾਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਔਰ ਉਹਨਾਂ ਨੂੰ ਸਿਖਾਓ ਭਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਜਿਸ ਨੂੰ ਇੱਕ ਤੋੜਾ ਮਿਲਿਆ ਸੀ ਉਸਨੇ ਕੁਝ ਨਹੀਂ ਕੀਤਾ। ਜੇਕਰ ਉਸ ਕੋਲ ਵਿਸ਼ਵਾਸ ਦੀਆਂ ਅੱਖਾਂ ਹੁੰਦੀਆਂ ਤਾਂ ਉਹ ਰਸਤਾ ਦੇਖਦਾ। ਹਾਲਾਂਕਿ ਉਸ ਦਾ ਦਿਲ ਸ਼ੱਕ ਅਤੇ ਝਿਜਕ ਨਾਲ ਭਰਿਆ ਸੀ। ਜਿਹੜੇ ਇਹ ਸੋਚਦੇ ਹੋਏ ਡਗਮਗਾਉਂਦੇ ਹਨ, ਜੇ ਮੈਂ ਇਸ ਨੂੰ ਕਰਾਂਗਾ ਤਾਂ ਕੀ ਇਸ ਤੋਂ ਕੁਝ ਹੋਵੇਗਾ, ਉਹ ਰੁਕਾਵਟਾਂ ਨੂੰ ਵੇਖਦੇ ਹਨ। ਅਜਿਹੇ ਲੋਕਾਂ ਨੂੰ ਹਰ ਚੀਜ਼ ਰੁਕਾਵਟ ਲੱਗਦੀ ਹੈ। ਹਾਲਾਂਕਿ ਜਦੋਂ ਪਰਮੇਸ਼ਵਰ ਸਾਨੂੰ ਪ੍ਰਚਾਰ ਕਰਨ ਦਾ ਹੁਕਮ ਦਿੰਦੇ ਹਨ ਤਾਂ ਕੀ ਉਹ ਸਾਡੇ ਆਲੇ ਦੁਆਲੇ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਨਹੀਂ ਕਰਨਗੇ? ਕਿਉਂਕਿ ਪਰਮੇਸ਼ਵਰ ਅੱਜ ਸੀਯੋਨ ਵਿੱਚ ਆਪਣੀਆਂ ਸੰਤਾਨਾਂ ਨੂੰ ਪਿਛਲੀ ਬਰਸਾਤ ਦਾ ਪਵਿੱਤਰ ਆਤਮਾ ਪ੍ਰਦਾਨ ਕਰਦੇ ਹਨ। ਇਸ ਲਈ ਸਾਨੂੰ ਉਸ ਸੇਵਕ ਵਰਗਾ ਰਵੱਈਆ ਨਹੀਂ ਰੱਖਣਾ ਚਾਹੀਦਾ ਜਿਸ ਨੇ ਇੱਕ ਤੋੜਾ ਪ੍ਰਾਪਤ ਕੀਤਾ ਸੀ। ਜਿਵੇਂ ਕਿ ਮੈਂ ਤੁਹਾਨੂੰ ਵਾਰ ਦੱਸਿਆ ਹੈ, ਜਿਨ੍ਹਾਂ ਕੋਲ ਵਿਸ਼ਵਾਸ ਦੀਆਂ ਅੱਖਾਂ ਹਨ ਉਹ ਰਸਤਾ ਦੇਖ ਸਕਦੇ ਹਨ, ਫਿਰ ਭਾਵੇਂ ਕੋਈ ਵੱਡਾ ਪਹਾੜ ਉਹਨਾਂ ਦੇ ਰਾਹ ਨੂੰ ਰੋਕ ਰਿਹਾ ਹੋਵੇ। ਉਹ ਸਿਰਫ ਇਸ ਦੁਆਰਾ ਸੁਰੰਗ ਬਣਾਉਂਦੇ ਹਨ, ਹੈ ਨਾ? ਵਿਸ਼ਵਾਸ ਦੀਆਂ ਅੱਖਾਂ ਸਾਨੂੰ ਇਹ ਸਿਖਾਉਂਦੀਆਂ ਹਨ। ਜਿਨ੍ਹਾਂ ਚਾਕਰਾਂ ਨੂੰ 5 ਤੋੜੇ ਅਤੇ 2 ਤੋੜੇ ਮਿਲੇ ਸੀ, ਉਹ ਇੱਕ ਰਸਤਾ ਦੇਖ ਸਕਦੇ ਸੀ। ਜਿਸ ਨੂੰ ਇੱਕ ਤੋੜਾ ਮਿਲਿਆ ਸੀ, ਉਸਨੇ ਉਸ ਨੂੰ ਜ਼ਮੀਨ ਵਿੱਚ ਕਿਉਂ ਦੱਬ ਦਿੱਤਾ? ਅਜਿਹਾ ਇਸ ਲਈ ਸੀ ਕਿਉਂਕਿ ਉਸ ਦੀ ਨਜ਼ਰ ਵਿੱਚ ਸਭ ਕੁਝ ਇੱਕ ਰੁਕਾਵਟ ਦੇ ਰੂਪ ਵਿੱਚ ਦਿਖਾਈ ਦਿੰਦਾ ਸੀ। ਮੈਂ ਇਹ ਕਿਵੇਂ ਕਰ ਸਕਦਾ ਹਾਂ? ਜੇ ਮੈਂ ਉਸ ਨੂੰ ਖੁਸ਼ਖਬਰੀ ਸੁਣਾਵਾਂ ਤਾਂ ਕੀ ਉਹ ਮੈਨੂੰ ਇੱਕ ਅਜੀਬ ਵਿਅਕਤੀ ਨਹੀਂ ਸਮਝੇਗਾ? ਇਹ ਸਾਰੀਆਂ ਰੁਕਾਵਟਾਂ ਉਸ ਦੇ ਮਨ ਵਿੱਚ ਰੁਕਾਵਟਾਂ ਪੈਦਾ ਕਰਦੀਆਂ ਹਨ। ਲਗਭਗ 3500 ਸਾਲ ਪਹਿਲਾਂ ਜਦੋਂ 12 ਜਾਸੂਸਾਂ ਨੇ ਕਨਾਨ ਦਾ ਭੇਤ ਲਿਆ ਤਾਂ 2 ਜਾਸੂਸਾਂ ਦੁਆਰਾ ਦੇਖੇ ਗਏ ਕਨਾਨ ਅਤੇ ਬਾਕੀ 10 ਜਾਸੂਸਾਂ ਦੁਆਰਾ ਦੇਖੇ ਗਏ ਕਨਾਨ ਵਿਚਕਾਰ ਇੱਕ ਸਪਸ਼ਟ ਅੰਤਰ ਸੀ। ਭਾਵੇਂ ਉਹਨਾਂ ਨੇ ਇੱਕੋ ਮਾਹੌਲ ਦੇਖਿਆ, ਪਰ ਯਹੋਸ਼ੁਆ ਅਤੇ ਕਾਲੇਬ ਦੀਆਂ ਨਜ਼ਰਾਂ ਵਿੱਚ ਇਹ ਦੁੱਧ ਅਤੇ ਸ਼ਹਿਦ ਦੀ ਧਾਰਾ ਵਗਣ ਵਾਲੇ ਦੇਸ਼ ਦੇ ਰੂਪ ਵਿੱਚ ਦਿਖਾਈ ਦਿੱਤਾ, ਜਦਕਿ 10 ਜਾਸੂਸਾਂ ਦੀਆਂ ਨਜ਼ਰਾਂ ਵਿੱਚ ਸਭ ਕੁਝ ਰੁਕਾਵਟਾਂ ਵਾਂਗ ਲੱਗਦਾ ਸੀ। ਪਵਿੱਤਰ ਆਤਮਾ ਪ੍ਰਾਪਤ ਕਰਨ ਵਾਲਿਆਂ ਦੀਆਂ ਨਜ਼ਰਾਂ ਵਿੱਚ ਰੁਕਾਵਟਾਂ ਮੌਜੂਦ ਨਹੀਂ ਹੋ ਸਕਦੀਆਂ, ਕਿਉਂਕਿ ਪਰਮੇਸ਼ਵਰ ਉਹਨਾਂ ਨੂੰ ਵਿਸ਼ਵਾਸ ਦੀਆਂ ਅੱਖਾਂ ਪ੍ਰਦਾਨ ਕਰਦੇ ਹਨ, ਇਸ ਲਈ ਉਹ ਇੱਕ ਰਸਤਾ ਦੇਖ ਸਕਦੇ ਹਨ। ਜਦੋਂ ਅਸੀਂ 2000 ਸਾਲ ਪਹਿਲਾਂ ਦੇ ਪਹਿਲੇ ਚਰਚ ਦੇ ਇਤਿਹਾਸ ਨੂੰ ਦੇਖਦੇ ਹਾਂ ਤਾਂ ਇਹ ਲਿਖਿਆ ਹੈ, ਉਹ ਹਰ ਦਿਨ ਇਕੱਠੇ ਮਿਲਦੇ ਰਹੇ ਅਤੇ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਦੇ ਰਹੇ। ਪਰਮੇਸ਼ਵਰ ਦੇ ਵਚਨ ਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਇੱਕ ਦਿਨ ਵਿੱਚ ਲਗਭਗ 5000 ਹੋ ਗਈ। ਲਗਭਗ 3000 ਲੋਕਾਂ ਨੇ ਬਪਤਿਸਮਾ ਲਿਆ। ਚੇਲਿਆਂ ਦੀ ਗਿਣਤੀ ਹਰ ਰੋਜ਼ ਵੱਧਦੀ ਗਈ। ਰਸੂਲਾਂ ਦੇ ਕਰਤੱਵ ਦੀ ਕਿਤਾਬ ਖੁਸ਼ਖਬਰੀ ਦੀ ਕਿਤਾਬ ਹੈ। ਰਸੂਲਾਂ ਦੇ ਕਰਤੱਵ ਦੀ ਕਿਤਾਬ ਵਿੱਚ ਚੇਲਿਆਂ ਦਾ ਪ੍ਰਚਾਰ ਦਰਜ ਹੈ। ਪੰਤੇਕੁਸਤ ਦੇ ਦਿਨ ਪਹਿਲੀ ਬਰਸਾਤ ਦਾ ਪਵਿੱਤਰ ਆਤਮਾ ਪ੍ਰਾਪਤ ਕਰਨ ਤੋਂ ਬਾਅਦ ਕਮਾਲ ਦੀਆਂ ਘਟਨਾਵਾਂ ਵਾਪਰੀਆਂ। ਇਸ ਤੋਂ ਇਲਾਵਾ ਪਿਛਲੀ ਬਰਸਾਤ ਦੇ ਪਵਿੱਤਰ ਆਤਮਾ ਦੀ ਜੋਤੀ ਨੂੰ 7 ਗੁਣਾ ਚਮਕਦਾਰ ਕਿਹਾ ਗਿਆ ਹੈ। ਇਹ ਪਹਿਲੇ ਚਰਚ ਦੀ ਤੁਲਨਾ ਨਾਲੋਂ ਕਿਤੇ ਜ਼ਿਆਦਾ ਸ਼ਕਤੀ ਦੇ ਨਾਲ ਖੁਸ਼ਖਬਰੀ ਦਾ ਪ੍ਰਚਾਰ ਜ਼ਿਆਦਾ ਤੇਜ਼ੀ ਨਾਲ ਪ੍ਰਚਾਰ ਕਰਨ ਵਿੱਚ ਮਦਦ ਕਰੇਗਾ।
발휘하게 될 것입니다. ਜਿਹੜੇ ਲੋਕ ਉਸ ਸ਼ਕਤੀ ਨੂੰ ਮਹਿਸੂਸ ਨਹੀਂ ਕਰਦੇ ਹਨ, ਉਹਨਾਂ ਨੇ ਤੋੜਿਆਂ ਨੂੰ ਮਿੱਟੀ ਵਿੱਚ ਦਫਨਾ ਦਿੱਤਾ ਹੈ। ਜਿਨ੍ਹਾਂ ਨੇ ਜ਼ਮੀਨ ਵਿੱਚ ਤੋੜਿਆਂ ਨੂੰ ਛੁਪਾਇਆ ਹੈ, ਉਹ ਕਦੇ ਵੀ ਪਰਮੇਸ਼ਵਰ ਦੇ ਚਮਤਕਾਰਾਂ ਦਾ ਅਨੁਭਵ ਨਹੀਂ ਕਰਨਗੇ। 보이지 아니하고 경험할 수가 없는 겁니다. ਪਰਮੇਸ਼ਵਰ ਨੇ ਯਹੋਸ਼ੁਆ ਅਤੇ ਕਾਲੇਬ ਨੂੰ ਯਰੀਹੋ ਦੇ ਪਤਨ ਦਾ ਗਵਾਹ ਬਣਨ ਦਿੱਤਾ, ਪਰ ਹੋਰ 10 ਜਾਸੂਸਾਂ ਬਾਰੇ ਕੀ? 10명의 정탐꾼들은 어찌 되었습니까? ਉਹ ਇਸ ਨੂੰ ਦੇਖ ਨਹੀਂ ਸਕੇ ਅਤੇ ਉਹ ਜੰਗਲ ਵਿੱਚ ਨਸ਼ਟ ਹੋ ਗਏ। 광야에서 멸망을 당했습니다. ਅੱਜ ਡੇਰਿਆਂ ਦੇ ਪਰਬ ਦੁਆਰਾ ਸਾਨੂੰ ਸੋਚਣਾ ਚਾਹੀਦਾ ਹੈ, ਸਾਨੂੰ ਇਸ ਪਵਿੱਤਰ ਆਤਮਾ ਦੁਆਰਾ ਪਰਮੇਸ਼ਵਰ ਦੇ ਕੰਮ ਨੂੰ ਕਿਵੇਂ ਕਰਨਾ ਚਾਹੀਦਾ ਹੈ। 이 성령을 통해서 하나님의 일을 우리가 어떻게 할까? 나는 ਸਿਰਫ 5 ਗੁਣਾ ਤੋੜਿਆਂ ਨੂੰ ਪ੍ਰਾਪਤ ਕਰਨ ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਕੀ ਕਰਨਾ ਹੈ। ਇਸ ਤਰ੍ਹਾਂ ਸਾਨੂੰ ਪਰਮੇਸ਼ਵਰ ਤੋਂ ਪ੍ਰਸ਼ੰਸਾ ਪ੍ਰਾਪਤ ਕਰਨੀ ਚਾਹੀਦੀ ਹੈ। ਸ਼ਾਬਾਸ਼ੇ, ਚੰਗੇ ਅਤੇ ਮਾਤਬਰ ਚਾਕਰ। 정글을 받아야죠. 이 늦은 빛 ਪਿਛਲੀ 성령의 ਬਰਸਾਤ ਦੇ 믿음의 ਪਵਿੱਤਰ 성령도 ਆਤਮਾ ਵਿੱਚ 있어요. ਵਿਸ਼ਵਾਸ, ਬੁੱਧੀ ਅਤੇ ਗਿਆਨ ਦੀ ਪਵਿੱਤਰ ਆਤਮਾ ਵੀ ਹੈ। 성령도 있습니다. ਜੇਕਰ ਅਸੀਂ ਵਿਸ਼ਵਾਸ ਦਾ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ, ਤਾਂ ਸਾਡੀਆਂ ਅੱਖਾਂ ਬਦਲਣੀਆਂ ਚਾਹੀਦੀਆਂ ਹਨ। 모든 것이 ਸਾਨੂੰ ਹਰ ਹਾਲਤ ਵਿੱਚ ਇੱਕ ਰਾਹ ਦੇਖਣਾ ਚਾਹੀਦਾ ਹੈ, ਰੁਕਾਵਟਾਂ ਨੂੰ ਨਹੀਂ। ਜਿਹੜੇ ਲੋਕ ਇਸ ਗੱਲ ਤੇ ਧਿਆਨ ਦਿੰਦੇ ਹਨ ਕਿ ਚੀਜ਼ਾਂ ਕਿਉਂ ਕੰਮ ਨਹੀਂ ਕਰਦੀਆਂ, ਉਹਨਾਂ ਕੋਲ ਸ਼ੱਕ ਅਤੇ ਝਿਜਕ ਦੀਆਂ ਅੱਖਾਂ ਹਨ। 망설임의 눈을 가지고 있는 사람입니다. ਜਿਨ੍ਹਾਂ ਲੋਕਾਂ ਕੋਲ ਪਵਿੱਤਰ ਆਤਮਾ ਦੁਆਰਾ ਦਿੱਤੀਆਂ ਗਈਆਂ ਵਿਸ਼ਵਾਸ ਦੀਆਂ ਅੱਖਾਂ ਹਨ, ਉਹ ਹਮੇਸ਼ਾ ਰਸਤਾ ਦੇਖਦੇ ਹਨ। ਇੱਕ ਦਿਨ ਇੱਕ ਜੁੱਤੀ ਦੀ ਕੰਪਨੀ ਨੇ 2 ਕਰਮਚਾਰੀਆਂ ਨੂੰ ਅਫਰੀਕਾ ਭੇਜਿਆ। 아프리카로 2 직원을 보냈습니다. ਇਹ ਇੱਕ ਅਜਿਹਾ ਸਮਾਂ ਸੀ ਜਦੋਂ ਬਹੁਤ ਸਾਰੇ ਅਫਰੀਕੀ ਲੋਕ ਨੰਗੇ ਪੈਰੀ ਘੁੰਮਦੇ ਸੀ। 많았던 시절이었던 것 같습니다. ਕੰਪਨੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਜਾਂਚ ਕਰਨ ਲਈ ਕਿਹਾ ਕਿ ਸਾਡੇ ਲਈ ਅਫਰੀਕਾ ਵਿੱਚ ਜੁੱਤੀਆਂ ਵੇਚਣਾ ਸੰਭਵ ਹੋਵੇਗਾ। 팔릴 수 있을까? 조사를 이제 시켰습니다. 두 사람이 ਦੋਵੇਂ ਕਰਮਚਾਰੀ ਜਗ੍ਹਾ ਦੀ ਜਾਂਚ ਕਰਨ ਤੋਂ ਬਾਅਦ ਵਾਪਸ ਆ ਗਏ। 한 사람은 ਕਰਮਚਾਰੀਆਂ ਵਿੱਚੋਂ ਇੱਕ ਨੇ ਦੱਸਿਆ, ਅਫਰੀਕਾ ਸਾਡੇ ਲਈ ਜੁੱਤੀਆਂ ਵੇਚਣ ਦੀ ਜਗ੍ਹਾ ਨਹੀਂ ਹੈ। 신발 팔 곳이 못 됩니다. ਜਦੋਂ ਸਾਰੇ ਨੰਗੇ ਪੈਰੀ ਤੁਰਦੇ ਹਨ ਅਤੇ ਕੋਈ ਜੁੱਤੀ ਨਹੀਂ ਪਾਉਂਦਾ ਤਾਂ ਅਸੀਂ ਜੁੱਤੀ ਕਿਵੇਂ ਵੇਚ ਸਕਦੇ ਹਾਂ? 팔 수 있겠습니까? ਦੂਜੇ ਆਦਮੀ ਨੇ ਵੱਖਰਾ ਸੋਚਿਆ, ਨਹੀਂ, ਕਿਉਂਕਿ ਹਰ ਕੋਈ ਨੰਗੇ ਪੈਰੀ ਤੁਰਦਾ ਹੈ, ਇਸ ਲਈ ਜੇਕਰ ਅਸੀਂ ਉਹਨਾਂ ਲੋਕਾਂ ਨੂੰ ਜੁੱਤੀਆਂ ਪਹਿਨਾ ਸਕੀਏ ਤਾਂ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। 엄청난 도움이 될 것입니다. ਇੱਕ ਨੇ ਕਿਹਾ, ਇਹ ਅਸੰਭਵ ਹੈ, ਜਦ ਕਿ ਦੂਜੇ ਨੇ ਕਿਹਾ, ਇਹ ਬੇਅੰਤ ਮੌਕਿਆਂ ਦੀ ਦੁਨੀਆ ਹੈ। 이렇게 다른 보고를 했습니다. 그래서 ਇਸ ਲਈ ਪ੍ਰੈਜ਼ੀਡੈਂਟ ਨੇ ਉਸ ਵਿਅਕਤੀ ਨੂੰ ਚੁਣਿਆ ਜਿਸ ਨੇ ਵੱਡੀ ਸਮਰੱਥਾ ਦੇਖੀ ਅਤੇ ਉਸ ਨੂੰ ਜਨਰਲ ਮੈਨੇਜਰ ਦੇ ਰੂਪ ਵਿੱਚ ਨਿਯੁਕਤ ਕੀਤਾ। 신발을 판매하도록 했습니다. ਹਾਲਾਂਕਿ ਜਦੋਂ ਉਸਨੇ ਸਨੀਕਰਸ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਕੋਈ ਖਰੀਦਦਾਰ ਨਹੀਂ ਸੀ ਕਿਉਂਕਿ ਜੁੱਤੇ ਬਹੁਤ ਮਹਿੰਗੇ ਸੀ। 전부 이제 고가의 신발이기 때문에. 그래서 ਉਸਨੇ ਪ੍ਰੈਜ਼ੀਡੈਂਟ ਨੂੰ ਕਿਹਾ, ਮੈਂ ਇਹ ਯਕੀਨੀ ਬਣਾਵਾਂਗਾ ਕਿ ਅਫਰੀਕਾ ਵਿੱਚ ਹਰ ਵਿਅਕਤੀ ਜੁੱਤੀ ਪਾਵੇ। 다 신발을 다 신길 테니까 ਇਸ ਲਈ ਸਿਰਫ 1 ਸਾਲ ਲਈ ਕਿਰਪਾ ਕਰਕੇ ਮੈਨੂੰ ਬਿਨਾਂ ਸ਼ਰਤ ਸਹਾਇਤਾ ਪ੍ਰਦਾਨ ਕਰੋ। 전폭적인 지원을 해달란 말이죠. ਪ੍ਰੈਜ਼ੀਡੈਂਟ ਸਹਿਮਤ ਹੋਏ। ਨਤੀਜੇ ਵਜੋਂ ਉਸਨੇ ਹਰੇਕ ਅਫਰੀਕੀ ਵਿਅਕਤੀ ਨੂੰ ਜਿਸ ਨੂੰ ਉਹ ਮਿਲਿਆ ਮੁਫਤ ਸਨੀਕਰਸ ਪ੍ਰਦਾਨ ਕੀਤੇ। ਚੰਗੀ ਗੱਦੀ ਦੇ ਕਾਰਨ ਉਹਨਾਂ ਨੇ ਨੰਗੇ ਪੈਰੀ ਤੁਰਨ ਦੀ ਤੁਲਨਾ ਨਾਲੋਂ ਇਸ ਨੂੰ ਜ਼ਿਆਦਾ ਆਰਾਮਦਾਇਕ ਪਾਇਆ। ਲਗਭਗ 1 ਸਾਲ ਬਾਅਦ ਉਹਨਾਂ ਦੀ ਜੁੱਤੀ ਖਰਾਬ ਹੋਣ ਲੱਗੀ। ਇਸ ਤਰ੍ਹਾਂ ਉਹਨਾਂ ਨੂੰ ਆਪਣੀ ਜੁੱਤੀ ਬਦਲਣੀ ਪਈ। ਉਹ ਹੁਣ ਨੰਗੇ ਪੈਰੀ ਨਹੀਂ ਚੱਲ ਸਕਦੇ ਸੀ। ਉਹਨਾਂ ਨੂੰ ਸਨੀਕਰਾਂ ਦੀ ਆਦਤ ਪੈ ਗਈ ਸੀ। ਉਹਨਾਂ ਨੂੰ ਅਹਿਸਾਸ ਹੋਇਆ ਕਿ ਸਨੀਕਰਸ ਪਹਿਨਣਾ ਕਿੰਨਾ ਸੁਵਿਧਾਜਨਕ ਸੀ। ਉਦੋਂ ਤੋਂ ਲੋਕਾਂ ਨੇ ਇੱਕ ਤੋਂ ਬਾਅਦ ਇੱਕ ਸਨੀਕਰਸ ਖਰੀਦੇ। ਇਸ ਲਈ ਉਹ ਕੰਪਨੀ ਸਨੀਕਰਸ ਉਦਯੋਗ ਵਿੱਚ ਇੱਕ ਗਲੋਬਲ ਲੀਡਰ ਬਣ ਗਈ। ਇੱਕ ਵਿਅਕਤੀ ਨੇ ਸਿਰਫ ਮੌਜੂਦਾ ਸਥਿਤੀ ਤੇ ਧਿਆਨ ਕੇਂਦਰਿਤ ਕੀਤਾ ਜਦਕਿ ਦੂਜੇ ਵਿਅਕਤੀ ਨੇ ਰਸਤਾ ਦੇਖਿਆ। ਸਾਡੀ ਖੁਸ਼ਖਬਰੀ ਉਹੀ ਹੈ ਕਿ ਇਹ ਉਹ ਖੁਸ਼ਖਬਰੀ ਨਹੀਂ ਹੈ ਜੋ ਪਰਮੇਸ਼ਵਰ ਕਰਦੇ ਹਨ। ਇਹ ਖੁਸ਼ਖਬਰੀ ਕਿੰਨੀ ਦੂਰ ਤੱਕ ਪਹੁੰਚਦੀ ਹੈ। ਇਸ ਨੂੰ ਸਾਮਰੀਆ ਵਿੱਚ ਧਰਤੀ ਦੇ ਬੰਨੇ ਤੱਕ ਸਾਰੀਆਂ ਕੌਮਾਂ ਵਿੱਚ ਪ੍ਰਚਾਰ ਕੀਤਾ ਜਾਣਾ ਹੈ।
ਕੁਝ ਲੋਕ ਸੋਚ ਸਕਦੇ ਹਨ, ਮੁਸਲਿਮ ਦੇਸ਼ਾਂ ਵਿੱਚ ਜਾਂ ਬੋਧੀ ਦੇਸ਼ਾਂ ਵਿੱਚ ਜਾਂ ਹਿੰਦੂ ਦੇਸ਼ਾਂ ਵਿੱਚ ਇਸ ਦਾ ਪ੍ਰਚਾਰ ਕਿਵੇਂ ਕੀਤਾ ਜਾਵੇਗਾ। ਸਾਰੇ ਲੋਕੋ, ਜੇ ਪਰਮੇਸ਼ਵਰ ਨੇ ਪਹਿਲਾਂ ਹੀ ਸਾਮਰੀਆ ਅਤੇ ਧਰਤੀ ਦੇ ਸਿਰੇ ਤੱਕ ਪ੍ਰਚਾਰ ਕਰਨ ਲਈ ਖੁਸ਼ਖਬਰੀ ਨੂੰ ਮਨੋਨੀਤ ਕੀਤਾ ਹੈ, ਤਾਂ ਕੁਝ ਵੀ ਕਦੇ ਵੀ ਉਹਨਾਂ ਦੇ ਵਚਨ ਵਿੱਚ ਰੁਕਾਵਟ ਨਹੀਂ ਪਾ ਸਕਦਾ ਹੈ। ਕੀ ਪਰਮੇਸ਼ਵਰ ਦੇ ਵਚਨ ਦੀ ਸ਼ਕਤੀ ਸਾਰੀਆਂ ਰੁਕਾਵਟਾਂ ਨੂੰ ਦੂਰ ਨਹੀਂ ਕਰੇਗੀ ਅਤੇ ਅੱਗੇ ਵੱਧਦੀ ਨਹੀਂ ਰਹੇਗੀ? ਦੋਵਾਂ ਮੁਲਾਜ਼ਮਾਂ ਦੇ ਵਿਚਾਰ ਵੱਖਰੇ ਸੀ। ਯਹੋਸ਼ੁਆ ਅਤੇ ਕਾਲੇਬ ਅਤੇ ਹੋਰ 10 ਜਾਸੂਸਾਂ ਦੇ ਵਿਚਾਰ ਵੀ ਵੱਖਰੇ ਸੀ। 10 ਜਾਸੂਸਾਂ ਨੇ ਸੋਚਿਆ ਕਿ ਵਸਨੀਕ ਤਾਕਤਵਰ ਹਨ ਅਤੇ ਉਹਨਾਂ ਕੋਲ ਸ਼ਕਤੀਸ਼ਾਲੀ ਹਥਿਆਰ ਅਤੇ ਇੱਕ ਮਹਾਨ ਕਿਲਾ ਹੈ। ਇਹ ਕਹਿ ਕੇ ਕਿ ਉਹ ਟਿੱਡੀਆਂ ਵਰਗੇ ਦਿਖਾਈ ਦਿੰਦੇ ਸੀ ਜਦਕਿ ਨਿਵਾਸੀ ਮਨੁੱਖਾਂ ਦੇ ਰੂਪ ਵਿੱਚ ਦਿਖਾਈ ਦਿੰਦੇ ਸੀ। ਇਹ ਵਿਰੋਧਾਭਾਸ ਕਿੰਨਾ ਸਖਤ ਸੀ। ਪਰ ਯਹੋਸ਼ੁਆ ਅਤੇ ਕਾਲੇਬ ਨੇ ਇਸ ਤਰ੍ਹਾਂ ਨਹੀਂ ਦੇਖਿਆ। ਉਹਨਾਂ ਨੇ ਕਿਹਾ, ਉਹ ਸਾਡੀ ਰੋਟੀ ਹੋਣਗੇ। ਭਾਵੇਂ ਉਹ ਕਿੰਨੇ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਣ, ਕੀ ਪਰਮੇਸ਼ਵਰ ਸਾਡੇ ਨਾਲ ਨਹੀਂ ਹਨ? ਬ੍ਰਹਿਮੰਡ ਵਿੱਚ ਸਭ ਤੋਂ ਸ਼ਕਤੀਸ਼ਾਲੀ ਪਰਮੇਸ਼ਵਰ ਸਾਡੇ ਨਾਲ ਹਨ। ਸਾਨੂੰ ਉਹਨਾਂ ਤੋਂ ਕਿਉਂ ਡਰਨਾ ਚਾਹੀਦਾ ਹੈ? ਪਰਮੇਸ਼ਵਰ ਨੇ ਕਨਾਨ ਦਾ ਵਾਅਦਾ ਕੀਤਾ ਸੀ, ਇਸ ਲਈ ਬਿਲਕੁਲ ਨਾ ਡਰੋ। ਉਹਨਾਂ ਨੇ ਵਿਸ਼ਵਾਸ ਦੇ ਅਜਿਹੇ ਸ਼ਬਦਾਂ ਨਾਲ ਲੋਕਾਂ ਨੂੰ ਭਰੋਸਾ ਦਿਵਾਇਆ। ਨੰਗੇ ਪੈਰੀ ਤੁਰਨ ਵਾਲਿਆਂ ਨੂੰ ਸਨੀਕਰਸ ਪ੍ਰਦਾਨ ਕਰਨ ਲਈ ਸਾਡੇ ਕੋਲ ਗਿਆਨ ਹੋਣਾ ਚਾਹੀਦਾ ਹੈ। ਜਦੋਂ ਸਾਡੇ ਕੋਲ ਵਿਸ਼ਵਾਸ ਦੀਆਂ ਅੱਖਾਂ ਹੁੰਦੀਆਂ ਹਨ, ਤਾਂ ਸਾਡੇ ਸਾਹਮਣੇ ਇੱਕ ਰਸਤਾ ਹਮੇਸ਼ਾ ਖੁੱਲ੍ਹਦਾ ਹੈ। ਜਿਨ੍ਹਾਂ ਨੇ ਉਸ ਮਾਰਗ ਨੂੰ ਅਪਣਾਇਆ, ਉਹ ਵਿਸ਼ਵਾਸ ਦੇ ਜੇਤੂ ਮਾਰਗ ਤੇ ਚੱਲੇ। ਅੱਜ ਡੇਰਿਆਂ ਦੇ ਪਰਬ ਦੇ ਆਖਰੀ ਦਿਨ ਤੇ ਪਰਮੇਸ਼ਵਰ ਨੇ ਯੂਹੰਨਾ ਅਧਿਆਇ 7 ਵਚਨ 37 ਵਿੱਚ ਕਿਹਾ, ਭਈ ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ। ਪਰ ਉਹਨੇ ਇਹ ਗੱਲ ਆਤਮਾ ਦੇ ਵਿਖੇ ਆਖੀ ਜਿਹੜਾ ਉਹਨਾਂ ਨੂੰ ਪ੍ਰਾਪਤ ਹੋਣਾ ਸੀ। ਫਿਰ ਜਿਨ੍ਹਾਂ ਲੋਕਾਂ ਨੇ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ, ਉਹਨਾਂ ਕੋਲ ਅਜਿਹਾ ਵਿਸ਼ਵਾਸ ਹੋਣਾ ਚਾਹੀਦਾ ਹੈ। ਹਰ ਰਸਤੇ ਨੂੰ ਦੇਖਣ ਲਈ ਸਾਡੇ ਕੋਲ ਵਿਸ਼ਵਾਸ ਦੀਆਂ ਅੱਖਾਂ ਹੋਣੀਆਂ ਚਾਹੀਦੀਆਂ ਹਨ। ਹਾਲਾਂਕਿ ਜਦੋਂ ਸਾਡੇ ਕੋਲ ਸ਼ੱਕ ਜਾਂ ਝਿਜਕ ਦੀਆਂ ਨਜ਼ਰਾਂ ਹੁੰਦੀਆਂ ਹਨ, ਤਾਂ ਰਸਤੇ ਦਾ ਵੀ ਕੀ ਹੁੰਦਾ ਹੈ? ਇਹ ਲੁਕ ਜਾਵੇਗਾ। ਅਸੀਂ ਇਸ ਨੂੰ ਨਹੀਂ ਦੇਖ ਸਕਾਂਗੇ। ਸਾਨੂੰ ਅਜਿਹਾ ਲੱਗੇਗਾ ਜਿਵੇਂ ਕੋਈ ਵੱਡਾ ਪਹਾੜ ਸਾਡਾ ਰਾਹ ਰੋਕ ਰਿਹਾ ਹੈ ਅਤੇ ਇੱਕ ਰੁਕਾਵਟ ਜਿਸ ਨੂੰ ਹਰਾਇਆ ਨਹੀਂ ਜਾ ਸਕਦਾ ਸਾਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ। ਆਓ ਦੇਖੀਏ ਕਿ ਪਹਿਲੇ ਚਰਚ ਦੇ ਨਬੀਆਂ ਨੇ ਪੰਤੇਕੁਸਤ ਦੇ ਦਿਨ ਦੀ ਪਹਿਲੀ ਬਰਸਾਤ ਦਾ ਪਵਿੱਤਰ ਆਤਮਾ ਪ੍ਰਾਪਤ ਕਰਨ ਤੇ ਕੀ ਕੀਤਾ। ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 2 ਖੋਲੀਏ। ਰਸੂਲਾਂ ਅਧਿਆਇ 2 ਵਚਨ 4 ਵਿੱਚ ਲਿਖਿਆ ਹੈ, ਤਦ ਉਹ ਸਭੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ। ਵਚਨ 14 ਵਿੱਚ ਆਓ ਦੇਖੀਏ ਕਿ ਪਵਿੱਤਰ ਆਤਮਾ ਪ੍ਰਾਪਤ ਕਰਨ ਤੋਂ ਬਾਅਦ ਕੀ ਹੋਇਆ। ਤਦ ਪਤਰਸ ਉਹਨਾਂ 11 ਦੇ ਨਾਲ ਖੜੋ ਕੇ ਉੱਚੀ ਆਵਾਜ਼ ਨਾਲ ਆਖਣ ਲੱਗਾ ਕਿ ਹੇ ਯਹੂਦੀਓ ਅਤੇ ਯਰੂਸ਼ਲਮ ਦੇ ਸਭ ਰਹਿਣ ਵਾਲਿਓ, ਇਹ ਜਾਣੋ ਅਤੇ ਕੰਨ ਲਾ ਕੇ ਮੇਰੀਆਂ ਗੱਲਾਂ ਸੁਣੋ ਕਿ ਇਹ ਜਿਵੇਂ ਤੁਸੀਂ ਸਮਝਦੇ ਹੋ ਨਸ਼ੇ ਵਿੱਚ ਨਹੀਂ ਹਨ, ਕਿਉਂ ਜੋ ਅਜੇ ਪਹਿਰ ਦਿਨ ਚੜ੍ਹਿਆ ਹੈ। ਪਰ ਇਹ ਉਹ ਗੱਲ ਹੈ ਜੋ ਯੋਏਲ ਨਬੀ ਦੀ ਜ਼ਬਾਨੀ ਕਹੀ ਗਈ ਸੀ। ਪਰਮੇਸ਼ੁਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਐਉਂ ਹੋਵੇਗਾ, ਜੋ ਮੈਂ ਆਪਣੇ ਆਤਮਾ ਵਿੱਚੋਂ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਅਗਮ ਵਾਕ ਕਰਨਗੇ ਅਤੇ ਤੁਹਾਡੇ ਜਵਾਨ ਦਰਸ਼ਨ ਵੇਖਣਗੇ ਅਤੇ ਤੁਹਾਡੇ ਬੁੱਢੇ ਸੁਪਨੇ ਵੇਖਣਗੇ। ਨਾਲੇ ਮੈਂ ਦਾਸਾਂ ਨਰ ਦਾਸੀਆਂ ਉੱਤੇ ਉਹਨੀ ਦਿਨਾਂ ਆਪਣਾ ਆਤਮਾ ਵਹਾਵਾਂਗਾ। ਇੱਥੇ ਉਹ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਜਦੋਂ ਪਰਮੇਸ਼ਵਰ ਨੇ ਉਹਨਾਂ ਤੇ ਪਵਿੱਤਰ ਆਤਮਾ ਵਹਾਇਆ ਤਦ ਉਹਨਾਂ ਨੇ ਪਰਮੇਸ਼ਵਰ ਦੀ ਖੁਸ਼ਖਬਰੀ ਦਾ ਕੰਮ ਸ਼ੁਰੂ ਕੀਤਾ। ਆਓ ਅਧਿਆਇ 2 ਵਚਨ 38 ਦੇਖੀਏ। ਅਧਿਆਇ 2 ਵਚਨ 38 ਵਿੱਚ ਲਿਖਿਆ ਹੈ, ਤਦ ਪਤਰਸ ਨੇ ਉਹਨਾਂ ਨੂੰ ਆਖਿਆ, ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਕਿਉਂਕਿ ਇਹ ਕਰਾਰ ਤੁਹਾਡੇ ਅਤੇ ਤੁਹਾਡੇ ਬਾਲਕਾਂ ਦੇ ਨਾਲ ਹੈ ਅਤੇ ਉਹਨਾਂ ਸਭਨਾਂ ਨਾਲ ਜਿਹੜੇ ਦੂਰ ਹਨ, ਜਿਨ੍ਹਾਂ ਨੂੰ ਪ੍ਰਭ ਸਾਡਾ ਪਰਮੇਸ਼ੁਰ ਆਪਣੇ ਕੋਲ ਬੁਲਾਵੇ।
ਅਤੇ ਹੋਰ ਵੀ ਬਹੁਤੀਆਂ ਗੱਲਾਂ ਨਾਲ ਉਹਨੇ ਸਾਖੀ ਦਿੱਤੀ ਅਤੇ ਉਪਦੇਸ਼ ਕੀਤਾ ਭਈ ਆਪਣੇ ਆਪ ਨੂੰ ਇਸ ਕੱਬੀ ਪੀੜ੍ਹੀ ਕੋਲੋਂ ਬਚਾਓ। ਸੋ ਜਿਨ੍ਹਾਂ ਉਹਦੀ ਗੱਲ ਮੰਨ ਲਈ ਉਹਨਾਂ ਨੇ ਬਪਤਿਸਮਾ ਲਿਆ ਅਤੇ ਉਸੇ ਦਿਨ 3,000 ਜਣੇ ਉਹਨਾਂ ਵਿੱਚ ਰਲ ਗਏ। ਵਚਨ 43 ਵਿੱਚ ਆਓ ਦੇਖੀਏ ਕਿ ਰਸੂਲ ਅਤੇ ਪਹਿਲੇ ਚਰਚ ਦੇ ਸੰਤਾਂ ਨੇ ਪਵਿੱਤਰ ਆਤਮਾ ਪ੍ਰਾਪਤ ਕਰਨ ਤੇ ਕੀ ਕੀਤਾ। ਹਰ ਇੱਕ ਜਾਨ ਨੂੰ ਡਰ ਲੱਗਾ ਔਰ ਬਹੁਤ ਸਾਰੇ ਅਚੰਭੇ ਤੇ ਨਿਸ਼ਾਨ ਰਸੂਲਾਂ ਦੇ ਰਾਹੀਂ ਪ੍ਰਗਟ ਹੋਏ। ਔਰ ਜਿਨ੍ਹਾਂ ਨੇ ਨਿਹਚਾ ਕੀਤੀ ਸੀ ਉਹ ਸਭ ਇਕੱਠੇ ਸਨ ਅਤੇ ਸਾਰੀਆਂ ਵਸਤਾਂ ਵਿੱਚ ਭਾਈਵਾਲ ਸਨ ਅਤੇ ਆਪਣੀ ਮਿਲਕ ਔਰ ਮਾਲ ਵੇਚ ਕੇ ਜਿਹੀ ਕਿਸੇ ਨੂੰ ਲੋੜ ਹੁੰਦੀ ਸੀ ਸਭਨਾਂ ਨੂੰ ਵੰਡ ਦਿੰਦੇ ਸਨ। ਔਰ ਦਿਨੋ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਲਗਾਤਾਰ ਰਹਿੰਦੇ ਅਤੇ ਘਰੀ ਰੋਟੀ ਤੋੜਦੇ ਉਹ ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛਕਦੇ ਸਨ ਅਤੇ ਪਰਮੇਸ਼ੁਰ ਦੀ ਉਸਤਤ ਕਰਦੇ ਸਨ ਔਰ ਸਾਰਿਆਂ ਲੋਕਾਂ ਨੂੰ ਪਿਆਰੇ ਸਨ ਅਤੇ ਪ੍ਰਭ ਦਿਨੋ ਦਿਨ ਉਹਨਾਂ ਨੂੰ ਜਿਹੜੇ ਬਚਾਏ ਜਾਂਦੇ ਸਨ। ਉਹ ਕੀ ਕਰਦੇ ਸੀ? ਉਹਨਾਂ ਵਿੱਚ ਰਲਾਉਂਦਾ ਸੀ। ਹਰ ਰੋਜ਼ ਰਸੂਲ ਅਤੇ ਪਹਿਲੇ ਚਰਚ ਦੇ ਸੰਤਾਂ ਨੇ ਇਹ ਕਹਿੰਦੇ ਹੋਏ ਬਿਨਾਂ ਆਰਾਮ ਦੇ ਪ੍ਰਚਾਰ ਕੀਤਾ, ਯਿਸੂ ਮਸੀਹ ਹੈ। ਆਓ ਅਸੀਂ ਅਧਿਆਇ 4 ਵਚਨ 1 ਉੱਤੇ ਜਾਈਏ। ਅਧਿਆਇ 4 ਵਚਨ 1 ਵਿੱਚ ਲਿਖਿਆ ਹੈ, ਜਾਂ ਉਹ ਲੋਕਾਂ ਨਾਲ ਬਚਨ ਕਰ ਰਹੇ ਸਨ ਤਾਂ ਜਾਜਕ, ਹੈਕਲ ਦਾ ਸਰਦਾਰ ਅਤੇ ਸਦੂਕੀ ਉਹਨਾਂ ਉੱਤੇ ਚੜ੍ਹ ਆਏ। ਕਿਉਂ ਜੋ ਇਸ ਗੱਲ ਤੋਂ ਚਿੜ ਗਏ ਭਈ ਉਹ ਲੋਕਾਂ ਨੂੰ ਸਿਖਾਉਂਦੇ ਅਤੇ ਯਿਸੂ ਦਾ ਪ੍ਰਮਾਣ ਦੇ ਕੇ ਮੋਇਆਂ ਦੇ ਜੀ ਉੱਠਣ ਦਾ ਉਪਦੇਸ਼ ਕਰਦੇ ਸਨ ਅਤੇ ਉਹਨਾਂ ਤੇ ਹੱਥ ਪਾ ਕੇ ਦੂਏ ਦਿਨ ਤੀਕੁਰ ਹਵਾਲਾਤ ਵਿੱਚ ਰੱਖਿਆ ਕਿਉਂ ਜੋ ਹੁਣ ਸੰਝ ਪੈ ਗਈ ਸੀ। ਪਰ ਉਹਨਾਂ ਵਿੱਚੋਂ ਜਿਨ੍ਹਾਂ ਬਚਨ ਸੁਣਿਆ ਸੀ ਬਹੁਤਿਆਂ ਨੇ ਨਿਹਚਾ ਕੀਤੀ ਅਤੇ ਉਹਨਾਂ ਮਨੁੱਖਾਂ ਦੀ ਗਿਣਤੀ 5,000 ਹੋ ਗਈ। ਜਿਵੇਂ ਕਿ ਅਸੀਂ ਦੇਖ ਸਕਦੇ ਹਾਂ, ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੋਣ ਤੋਂ ਬਾਅਦ ਪਹਿਲੇ ਚਰਚ ਦੇ ਸੰਤਾਂ ਨੇ ਹਰ ਰੋਜ਼ ਇਕੱਠੇ ਹੋਣ ਅਤੇ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅਤੇ ਇਸ ਤਰ੍ਹਾਂ ਅੰਤ ਵਿੱਚ ਪਹਿਲੇ ਚਰਚ ਦੇ ਸਾਰੇ ਸੰਤ 10 ਤੋੜੇ ਪੈਦਾ ਕਰ ਸਕੇ। ਜਿਉਂ ਪੂਰੇ ਯਰੂਸ਼ਲਮ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾਂਦਾ ਰਿਹਾ, ਧਾਰਮਿਕ ਆਗੂਆਂ ਨੂੰ ਲੱਗਣ ਲੱਗਾ ਕਿ ਉਹਨਾਂ ਦਾ ਧਰਮ ਨਸ਼ਟ ਹੋ ਜਾਵੇਗਾ। ਆਓ ਅਸੀਂ ਵਚਨ 13 ਵੱਲ ਵਧੀਏ। ਅਧਿਆਇ 4 ਵਚਨ 13। ਜਾਂ ਉਹਨਾਂ ਨੇ ਪਤਰਸ ਅਤੇ ਯੂਹੰਨਾ ਦੀ ਦਲੇਰੀ ਵੇਖੀ ਅਤੇ ਜਾਣਿਆ ਜੋ ਉਹ ਵਿਦਵਾਨ ਨਹੀਂ ਸਗੋਂ ਆਮ ਵਿੱਚੋਂ ਹਨ ਤਾਂ ਅਚਰਜ ਮੰਨਿਆ। ਫਿਰ ਉਹਨਾਂ ਨੂੰ ਪਛਾਣਿਆ ਭਈ ਇਹ ਯਿਸੂ ਦੇ ਨਾਲ ਰਹੇ ਸਨ ਅਤੇ ਉਹ ਮਨੁੱਖ ਨੂੰ ਜਿਹੜਾ ਚੰਗਾ ਹੋਇਆ ਸੀ ਉਹਨਾਂ ਦੇ ਨਾਲ ਖੜਾ ਵੇਖ ਕੇ ਇਹਦੇ ਵਿਰੁੱਧ ਕੁਝ ਨਾ ਕਹਿ ਸਕੇ, ਪਰ ਉਹਨਾਂ ਨੂੰ ਸਭਾ ਤੋਂ ਬਾਹਰ ਜਾਣ ਦਾ ਹੁਕਮ ਦੇ ਕੇ ਆਪਸ ਵਿੱਚ ਮਤਾ ਪਕਾਉਣ ਲੱਗੇ ਅਤੇ ਕਿਹਾ ਭਈ ਅਸੀਂ ਇਹਨਾਂ ਮਨੁੱਖਾਂ ਨਾਲ ਕੀ ਕਰੀਏ, ਕਿਉਂਕਿ ਇਹ ਜੋ ਉਹਨਾਂ ਤੋਂ ਇੱਕ ਪ੍ਰਤੱਖ ਨਿਸ਼ਾਨ ਹੋਇਆ ਯਰੂਸ਼ਲਮ ਦੇ ਸਾਰੇ ਰਹਿਣ ਵਾਲਿਆਂ ਉੱਤੇ ਪ੍ਰਗਟ ਹੈ ਅਤੇ ਅਸੀਂ ਇਸ ਤੋਂ ਮੁੱਕਰ ਨਹੀਂ ਸਕਦੇ। ਪਰ ਇਸ ਲਈ ਜੋ ਲੋਕਾਂ ਵਿੱਚ ਹੋਰ ਨਾ ਖਿੰਡ ਜਾਏ, ਆਓ ਅਸੀਂ ਉਹਨਾਂ ਨੂੰ ਦਬਕਾਈਏ। ਉਹਨਾਂ ਨੇ ਧਮਕੀ ਦਿੱਤੀ ਅਤੇ ਬਦਨਾਮੀ ਕੀਤੀ, ਹੁਣ ਵੀ ਅਜਿਹਾ ਹੀ ਹੈ। ਰਸੂਲਾਂ ਦੇ ਕਰਤੱਵ ਦੀ ਕਿਤਾਬ ਵਿੱਚ ਪਰਮੇਸ਼ਵਰ ਦੀ ਸੱਚਾਈ ਵਿੱਚ ਰੁਕਾਵਟ ਪਾਉਣ ਬਾਰੇ ਰਿਕਾਰਡਾਂ ਦੀ ਜਾਂਚ ਕਰਕੇ ਅਸੀਂ ਸਮਝ ਸਕਦੇ ਹਾਂ ਕਿ ਉਹ ਇਸ ਯੁੱਗ ਵਿੱਚ ਸਾਡੇ ਬਾਰੇ ਇੰਨੇ ਝੂਠ ਕਿਉਂ ਬਣਾਉਂਦੇ ਹਨ। ਰਸੂਲਾਂ ਨੇ ਸਿਰਫ ਇਸ ਖਬਰ ਦਾ ਪ੍ਰਚਾਰ ਕੀਤਾ ਕਿ ਯਿਸੂ ਹੀ ਮਸੀਹ ਹੈ ਅਤੇ ਫਿਰ ਵੀ ਵਿਰੋਧੀਆਂ ਨੂੰ ਆਪਣੇ ਧਰਮ ਦੇ ਟਹਿ ਜਾਣ ਦਾ ਖਤਰਾ ਸੀ। ਵਚਨ 17। ਪਰ ਇਸ ਲਈ ਜੋ ਲੋਕਾਂ ਵਿੱਚ ਹੋਰ ਨਾ ਖਿੰਡ ਜਾਏ, ਆਓ ਅਸੀਂ ਉਹਨਾਂ ਨੂੰ ਦਬਕਾਈਏ ਜੋ ਉਹ ਇਸ ਨਾਮ ਦਾ ਫਿਰ ਕਿਸੇ ਮਨੁੱਖ ਨਾਲ ਚਰਚਾ ਨਾ ਕਰਨ। ਤਦ ਉਹਨਾਂ ਨੂੰ ਸੱਦ ਕੇ ਤਕੀਦ ਕੀਤੀ ਪਈ ਕਦੇ ਯਿਸੂ ਦੇ ਨਾਮ ਉੱਤੇ ਨਾ ਕੂੜਾ ਨਾ ਸਿੱਖਿਆ ਦੇਣੀ। ਪਰ ਪਤਰਸ ਅਤੇ ਯੂਹੰਨਾ ਨੇ ਉਹਨਾਂ ਨੂੰ ਉੱਤਰ ਦਿੱਤਾ, ਕੀ ਪਰਮੇਸ਼ੁਰ ਦੇ ਅੱਗੇ ਇਹ ਯੋਗ ਹੈ ਜੋ ਅਸੀਂ ਪਰਮੇਸ਼ੁਰ ਨਾਲੋਂ ਤੁਹਾਡੀ ਬਹੁਤੀ ਸੁਣੀਏ? ਤੁਸੀਂ ਆਪੇ ਫੈਸਲਾ ਕਰੋ, ਕਿਉਂਕਿ ਇਹ ਸਾਥੋਂ ਹੋ ਨਹੀਂ ਸਕਦਾ ਕਿ ਜਿਹੜੀਆਂ ਗੱਲਾਂ ਅਸਾਂ ਵੇਖੀਆਂ ਅਤੇ ਸੁਣੀਆਂ ਉਹ ਨਾ ਆਖੀਏ। ਤਦ ਉਹਨਾਂ ਨੇ ਉਹਨਾਂ ਨੂੰ ਹੋਰ ਦਬਕਾ ਕੇ ਛੱਡ ਦਿੱਤਾ ਕਿਉਂਕਿ ਲੋਕਾਂ ਦੇ ਕਾਰਨ ਉਹਨਾਂ ਉੱਤੇ ਡੰਨ ਲਾਉਣ ਦਾ ਕੋਈ ਰਾਹ ਨਾ ਵੇਖਿਆ, ਇਸ ਲਈ ਕਿ ਜੋ ਹੋਇਆ ਸੀ ਉਹਦੇ ਕਾਰਨ ਸਭ ਲੋਕ ਪਰਮੇਸ਼ੁਰ ਦੀ ਵਡਿਆਈ ਕਰਦੇ ਸਨ। ਇਸ ਤਰ੍ਹਾਂ ਪਹਿਲੇ ਚਰਚ ਦੀ ਖੁਸ਼ਖਬਰੀ ਯਰੂਸ਼ਲਮ ਤੋਂ ਪੂਰਬ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਗਈ। ਇਸ ਤਰ੍ਹਾਂ ਯਹੂਦੀ ਧਰਮ, ਜੋ ਉਸ ਸਮੇਂ ਹਾਕਮ ਵਰਗ ਸੀ, ਹੈਰਾਨ ਸੀ। ਉਹਨਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਕਿਤੇ ਸਾਰੇ ਲੋਕ ਯਿਸੂ ਉੱਤੇ ਵਿਸ਼ਵਾਸ ਨਾ ਕਰਨ ਲੱਗ ਜਾਣ। ਆਪਣੇ ਧਰਮ ਦੇ ਢਹਿ ਜਾਣ ਦੇ ਪਤਨ ਦੇ ਡਰ ਤੋਂ ਉਹਨਾਂ ਨੇ ਲੋਕਾਂ ਨੂੰ ਭਰਮਾਇਆ, ਧਮਕੀ ਦਿੱਤੀ ਅਤੇ ਇੱਥੋਂ ਤੱਕ ਕਿ ਕੈਦ ਕਰਨ ਦੀ ਕੋਸ਼ਿਸ਼ ਵੀ ਕੀਤੀ। ਉਹ ਤਰ੍ਹਾਂ-ਤਰ੍ਹਾਂ ਦੇ ਤਰੀਕੇ ਵਰਤਦੇ ਸੀ।
ਰਸੂਲਾਂ ਦੇ ਕਰਤੱਵ ਅਧਿਆਇ 24 ਵਿੱਚ ਉਹਨਾਂ ਨੇ ਲੋਕਾਂ ਨੂੰ ਉਸ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਪਹਿਲੇ ਚਰਚ ਨੂੰ ਪੰਥ ਦੇ ਰੂਪ ਵਿੱਚ ਕਲੰਕਿਤ ਕੀਤਾ। ਵੱਖ ਤਰੀਕਿਆਂ ਨੂੰ ਲਾਗੂ ਕਰਨ ਦੇ ਬਾਵਜੂਦ ਪਵਿੱਤਰ ਆਤਮਾ ਦੀ ਸ਼ਕਤੀ ਨੂੰ ਮਨੁੱਖੀ ਸ਼ਕਤੀ ਦੁਆਰਾ ਕਦੇ ਨਹੀਂ ਰੋਕਿਆ ਜਾ ਸਕਦਾ ਹੈ। ਪਵਿੱਤਰ ਆਤਮਾ ਦੀ ਸ਼ਕਤੀ ਨੇ ਖੁਸ਼ਖਬਰੀ ਨੂੰ ਜ਼ਿਆਦਾ ਵਿਆਪਕ ਰੂਪ ਨਾਲ ਅਤੇ ਤੇਜ਼ੀ ਨਾਲ ਆਲੇ-ਦੁਆਲੇ ਵਿੱਚ ਫੈਲਾਉਣ ਦੇ ਯੋਗ ਬਣਾਇਆ ਅਤੇ ਅੰਤ ਵਿੱਚ ਰੋਮ, ਯੂਨਾਨ ਅਤੇ ਇੱਥੋਂ ਤੱਕ ਕਿ ਦੂਰ ਯੂਰਪ ਤੱਕ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਗਿਆ। 먼 유럽까지도 이 복음이 전파되는 이런 놀라운 역사를 우리가 성경에서 확인해 볼 수가 있겠습니다। ਪਰਮੇਸ਼ਵਰ ਹੁਣ ਪਹਿਲੇ ਚਰਚ ਦੀ ਤੁਲਨਾ ਵਿੱਚ 7 ਗੁਣਾ ਚਮਕਦਾਰ ਰੋਸ਼ਨੀ ਚਮਕਾਉਣਗੇ। 강렬한 빛을 비추실 것이다 하고 있습니다। ਉਸ ਸਮੇਂ ਖੁਸ਼ਖਬਰੀ ਏਸ਼ੀਆ ਅਤੇ ਯੂਰਪ ਦੇ ਕੁਝ ਹਿੱਸਿਆਂ ਤੱਕ ਪਹੁੰਚੀ। 유럽 일부 지역에 ਪਰ ਹੁਣ ਕੀ ਕੋਈ ਅਜਿਹਾ ਮਹਾਂਦੀਪ ਹੈ ਜਿੱਥੇ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਕੀਤਾ ਗਿਆ ਹੈ? 어디든지 들어가지 않은 곳이 없지 않습니까? ਉੱਤਰ ਵਿੱਚ ਅਲਾਸਕਾ ਤੋਂ ਲੈ ਕੇ ਦੱਖਣ ਵਿੱਚ ਓਸ਼ਵਾ ਸ਼ਹਿਰ ਤੱਕ ਪਰਮੇਸ਼ਵਰ ਨੇ ਖੁਸ਼ਖਬਰੀ ਲਈ ਰਾਹ ਖੋਲ੍ਹਿਆ ਹੈ। 도시까지 하나님께서는 길을 다 열어 주셨습니다। ਅੱਜ ਜੇਕਰ ਅਸੀਂ ਪਿਛਲੀ ਬਰਸਾਤ ਦਾ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ ਤਾਂ ਸਾਨੂੰ ਇਸ ਨਾਲ ਆਪਣਾ ਮਿਸ਼ਨ ਪੂਰਾ ਕਰਨਾ ਚਾਹੀਦਾ ਹੈ। ਭਾਵੇਂ ਅਸੀਂ 5 ਤੋੜੇ, 2 ਤੋੜੇ ਜਾਂ 1 ਤੋੜਾ ਪ੍ਰਾਪਤ ਕੀਤਾ ਹੋਵੇ, ਸਾਨੂੰ ਇਹ ਸੋਚ ਕੇ ਡਰਨਾ ਨਹੀਂ ਚਾਹੀਦਾ, ਮੈਂ ਇਸ ਨਾਲ ਕੀ ਪ੍ਰਾਪਤ ਕਰ ਸਕਦਾ ਹਾਂ। ਸਾਨੂੰ ਸਿਰਫ ਜਾਣਾ ਚਾਹੀਦਾ ਹੈ ਅਤੇ ਉਹੀ ਕਰਨਾ ਚਾਹੀਦਾ ਹੈ ਜੋ ਪਰਮੇਸ਼ਵਰ ਨੇ ਸਾਨੂੰ ਕਰਨ ਲਈ ਕਿਹਾ ਹੈ। ਯੂਨਾਹ ਨੇ ਕਿਵੇਂ ਪ੍ਰਤੀਕਿਰਿਆ ਕੀਤੀ? ਨੀਨਵੇ 성에 가서 ਜਦੋਂ ਪਰਮੇਸ਼ਵਰ ਨੇ ਉਸ ਨੂੰ ਨੀਨਵੇ ਜਾਣ ਅਤੇ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਨ ਲਈ ਕਿਹਾ ਤਾਂ ਉਹ ਡਰ ਗਿਆ ਅਤੇ ਭੱਜ ਗਿਆ। ਉਹ ਪਰਮੇਸ਼ਵਰ ਦੇ ਵਚਨ ਦਾ ਪਾਲਣ ਕਰਨ ਦੀ ਬਜਾਏ ਤਰਸ਼ੀਸ਼ ਨੂੰ ਭੱਜ ਗਿਆ। ਹਾਲਾਂਕਿ ਕੀ ਪਰਮੇਸ਼ਵਰ ਨੇ ਯੂਨਾਹ ਨੂੰ ਨਿਗਲਣ ਲਈ ਇੱਕ ਵੱਡਾ ਮੰਚ ਤਿਆਰ ਨਹੀਂ ਕੀਤਾ ਅਤੇ ਇਸ ਤਰ੍ਹਾਂ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਨ ਲਈ ਨੀਨਵੇ ਜਾਣ ਵਿੱਚ ਉਹਨਾਂ ਦੀ ਅਗਵਾਈ ਨਹੀਂ ਕੀਤੀ? ਅਜਿਹਾ ਨਹੀਂ ਸੀ ਕਿ ਯੂਨਾਹ ਭਾਸ਼ਣਕਾਰ ਸੀ ਜਾਂ ਉਸ ਕੋਲ ਕੋਈ ਖਾਸ ਹੁਨਰ ਸੀ। ਉਸਨੇ ਪਰਮੇਸ਼ਵਰ ਦੇ ਵਚਨ ਪ੍ਰਚਾਰ ਕਰੋ ਦੀ ਆਗਿਆਕਾਰੀਤਾ ਵਿੱਚ ਪ੍ਰਚਾਰ ਕੀਤਾ। ਹਾਲਾਂਕਿ 1,20,000 ਨੀਨਵੇ ਦੇ ਲੋਕਾਂ ਦੀ ਤੋਬਾ ਵੱਲ ਅਗਵਾਈ ਕੀਤੀ ਗਈ। ਇਹ ਘਟਨਾ ਯੂਨਾਹ ਦੀ ਕਲਪਨਾ ਤੋਂ ਪਰੇ ਸੀ। ਇਸੇ ਤਰ੍ਹਾਂ ਜਦੋਂ ਪਰਮੇਸ਼ਵਰ ਸਾਨੂੰ ਕੁਝ ਕਰਨ ਦਾ ਹੁਕਮ ਦਿੰਦੇ ਹਨ ਤਾਂ ਸਾਨੂੰ ਉਹ ਕਰਨਾ ਚਾਹੀਦਾ ਹੈ। ਜੇ ਅਸੀਂ ਅਜਿਹਾ ਕਰਦੇ ਹਾਂ ਤਾਂ ਅਸੀਂ ਚਮਤਕਾਰ ਦੇਖਾਂਗੇ। ਅਫਰੀਕਾ ਦੇ ਲੋਕ ਬਿਨਾਂ ਜੁੱਤੀ ਪਾਏ ਰਹਿਣ ਦੇ ਆਦੀ ਹਨ। ਮੈਂ ਉਹਨਾਂ ਨੂੰ ਜੁੱਤੀਆਂ ਕਿਵੇਂ ਵੇਚ ਸਕਦਾ ਹਾਂ? ਇਹ ਅਸੰਭਵ ਹੈ। ਸਾਨੂੰ ਅਜਿਹੀ ਨਕਾਰਾਤਮਕ ਸੋਚ ਨਹੀਂ ਰੱਖਣੀ ਚਾਹੀਦੀ। ਇਸ ਦੀ ਬਜਾਏ ਸਾਨੂੰ ਸੋਚਣਾ ਚਾਹੀਦਾ ਹੈ ਕਿਉਂਕਿ ਉਹ ਜੁੱਤੇ ਨਹੀਂ ਪਹਿਨਦੇ ਹਨ, ਇਸ ਲਈ ਇਹ ਇੱਕ ਨੀਲਾ ਸਮੁੰਦਰ ਹੈ। ਅੱਜ ਸਾਨੂੰ ਪਿਛਲੀ ਬਰਸਾਤ ਦੇ ਪਵਿੱਤਰ ਆਤਮਾ ਦੀ ਭਰਪੂਰ ਆਸ਼ੀਸ਼ ਪ੍ਰਾਪਤ ਹੋਈ ਹੈ। ਸ਼ੱਕ ਦੀ ਨਜ਼ਰਾਂ ਨਾਲ ਰੁਕਾਵਟਾਂ ਨੂੰ ਨਾ ਦੇਖੋ, ਪਰ ਵਿਸ਼ਵਾਸ ਦੀਆਂ ਅੱਖਾਂ ਨਾਲ ਰਾਹ ਨੂੰ ਵੇਖੋ। ਸਾਡੇ ਪਰਮੇਸ਼ਵਰ ਨੇ ਸਾਨੂੰ ਇਹ ਕੰਮ ਕਰਨ ਦਾ ਹੁਕਮ ਦਿੱਤਾ ਹੈ। ਯੂਨਾਹ ਨੂੰ ਪਰਮੇਸ਼ਵਰ ਨੇ ਕਿਹਾ, ਨੀਨਵੇ ਵਿੱਚ ਜਾਓ, ਸੰਦੇਸ਼ ਦਾ ਪ੍ਰਚਾਰ ਕਰੋ। ਸਾਨੂੰ ਪਰਮੇਸ਼ਵਰ ਨੇ ਕਿਹਾ, ਜਾਓ ਅਤੇ ਸਾਰੀਆਂ ਕੌਮਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜੇ ਅਸੀਂ ਪਰਮੇਸ਼ਵਰ ਦਾ ਮਿਸ਼ਨ ਪ੍ਰਾਪਤ ਕੀਤਾ ਹੈ ਤਾਂ ਸਾਨੂੰ ਜਾ ਕੇ ਪ੍ਰਚਾਰ ਕਰਨਾ ਚਾਹੀਦਾ ਹੈ। ਸਾਡਾ ਆਪਣਾ ਬੋਲਚਾਲ ਜਾਂ ਸ਼ਿਸ਼ਟਾਚਾਰ ਬਹੁਤ ਮਹੱਤਵਪੂਰਨ ਨਹੀਂ ਹਨ। ਮੈਨੂੰ ਆਸ ਹੈ ਕਿ ਇਸ ਸਾਲ ਪਰਮੇਸ਼ਵਰ ਦੀ ਮਹਿਮਾ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਫੈਲੇਗੀ ਤਾਂ ਜੋ ਸਾਰੇ ਪਰਮੇਸ਼ਵਰ ਦੇ ਚਮਤਕਾਰਾਂ ਨੂੰ ਦੇਖ ਸਕਣ। ਪਵਿੱਤਰ ਆਤਮਾ ਨੂੰ ਲੁਕਾਉਣਾ ਨਹੀਂ ਚਾਹੀਦਾ। ਇਹ ਆਸ ਕਰਦੇ ਹੋਏ ਕਿ ਤੁਸੀਂ ਅਤੇ ਮੈਂ ਪਰਮੇਸ਼ਵਰ ਦੀ ਸ਼ਕਤੀ ਦਾ ਅਹਿਸਾਸ ਕਰਾਂਗੇ ਅਤੇ ਆਪਣੇ ਜੀਵਨ ਵਿੱਚ ਉਹਨਾਂ ਦੇ ਕੰਮ ਨੂੰ ਮਹਿਸੂਸ ਕਰਾਂਗੇ, ਮੈਂ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।